ਹੈਲੋ ਗੁੱਡ ਮੋਰਨਿੰਗ ਬੇਟਾ ਸਾਰਿਆਂ ਨੂੰ। ਬੇਟਾ ਆਪਾਂ ਚੈਪਟਰ ਕਰਦੇ ਪਏ ਹਾਂ ਇੰਪਰੋਪਰ ਇੰਟੀਗਰਲ, ਜਿਹਦੀ ਫਸਟ ਐਕਸਰਸਾਈਜ਼ ਆਪਾਂ ਸੋਲਵ ਕਰ ਚੁੱਕੇ ਹਾਂ। ਫਸਟ ਐਕਸਰਸਾਈਜ਼ ਦੇ ਵਿੱਚ ਆਪਾਂ ਕੁਐਸਚਨਸ ਪੜ੍ਹੇ ਸੀ ਕਿ ਇੰਪਰੋਪਰ ਇੰਟੀਗਰਲਸ ਨੂੰ ਸੋਲਵ ਕਿਵੇਂ ਕੀਤਾ ਜਾਵੇ। ਉਹਦੇ ਵਿੱਚ ਇੰਪਰੋਪਰ ਇੰਟੀਗਰਲਸ ਨੂੰ ਸੋਲਵ ਕਰਨ ਵਾਸਤੇ ਆਪਾਂ +2 ਦੇ ਵਿੱਚ ਜਿਹੜੀ ਡਾਇਰੈਕਟ ਇੰਟੀਗ੍ਰੇਸ਼ਨ ਕਰਦੇ ਸੀ ਉਹ ਵਾਲਾ ਮੈਥਡ ਯੂਜ਼ ਕੀਤਾ ਸੀ। ਉਸ ਮੈਥਡ ਦੇ ਅਕੋਰਡਿੰਗ ਜੇ ਤਾਂ ਇੰਟੀਗਰਲ ਨੂੰ ਸੋਲਵ ਕਰਕੇ ਆਨਸਰ ਫਾਈਨਾਈਟ ਆ ਜਾਂਦਾ ਵਾ ਅਤੇ ਆਪਾਂ ਕਹਿੰਦੇ ਹਾਂ ਕਿ ਜਿਹੜਾ ਮੇਰਾ ਇੰਪਰੋਪਰ ਇੰਟੀਗਰਲ ਹੈਗਾ ਉਹ ਕਨਵਰਜ ਕਰਦਾ ਵਾ। ਅਤੇ ਜੇ ਇਨ ਕੇਸ ਇੰਪਰੋਪਰ ਇੰਟੀਗਰਲ ਨੂੰ ਸੋਲਵ ਕਰਕੇ ਆਨਸਰ ਆਵੇ ਇਨਫਿਨਿਟੀ ਜਾਂ ਡਜ਼ ਨਾਟ ਐਗਜ਼ਿਸਟ, ਅਤੇ ਮੈਂ ਕਹਾਂਗਾ ਕਿ ਮੇਰਾ ਇੰਪਰੋਪਰ ਇੰਟੀਗਰਲ ਡਿਵਰਜ ਕਰਦਾ ਵਾ। ਓਕੇ, ਹੁਣ ਫਸਟ ਐਕਸਰਸਾਈਜ਼ ਕਰਨ ਤੋਂ ਬਾਅਦ 'ਚ ਨੈਕਸਟ ਐਕਸਰਸਾਈਜ਼ ਦੇ ਵਿੱਚ ਆਪਾਂ ਇੰਪਰੋਪਰ ਇੰਟੀਗਰਲ ਨੂੰ ਸੋਲਵ ਕਰਨ ਵਾਸਤੇ ਇੱਕ ਹੋਰ ਮੈਥਡ ਪੜ੍ਹਨ ਲੱਗੇ ਹਾਂ। ਹੁਣ ਇਸ ਨੈਕਸਟ ਮੈਥਡ ਦੇ ਅਕੋਰਡਿੰਗ ਜੇ ਆਪਾਂ ਕਿਸੇ ਇੰਪਰੋਪਰ ਇੰਟੀਗਰਲ ਨੂੰ ਸ਼ੋਅ ਕਰਨਾ ਵਾ ਕਿ ਉਹ ਕਨਵਰਜ ਆ ਕਿ ਡਿਵਰਜ ਕਰਦਾ ਵਾ, ਉਹਦੇ ਵਾਸਤੇ ਆਪਾਂ ਨੂੰ ਕਰਨਾ ਕੀ ਪੈਂਦਾ ਵਾ ਕਿ ਆਪਾਂ ਨੂੰ ਆਪਣੇ ਕੋਲੋਂ ਇੱਕ ਹੋਰ ਇੰਟੀਗਰਲ ਸਿਲੈਕਟ ਕਰਨਾ ਪੈਂਦਾ ਵਾ। ਇੱਕ ਤਾਂ ਇੰਟੀਗਰਲ ਆਪਾਂ ਨੂੰ ਗਿਵਨ ਹੋਏਗਾ ਕੁਐਸਚਨ 'ਚ, ਉਸ ਇੰਟੀਗਰਲ ਨੂੰ ਆਪਾਂ ਕਵਾਂਗੇ f(x). ਜਿਹੜਾ ਦੂਸਰਾ ਇੰਟੀਗਰਲ ਆਪਾਂ ਆਪਣੇ ਕੋਲੋਂ ਸਿਲੈਕਟ ਕਰਨਾ ਵਾ ਉਹਨੂੰ ਆਪਾਂ ਕਵਾਂਗੇ φ(x). ਇਹ ਇੰਟੀਗਰਲ ਸਿਲੈਕਟ ਕਿੱਦਾਂ ਕਰਨਾ ਹੈ ਮੈਂ ਤੁਹਾਨੂੰ ਸਿਖਾਵਾਂਗਾ। ਹੁਣ ਮੈਂ ਇਹਨਾਂ ਦੋਨਾਂ ਇੰਟੀਗਰਲਸ ਨੂੰ ਇਕੱਠੇ ਕਰਕੇ ਇਹਨਾਂ 'ਤੇ ਲਾਉਣਾ ਵਾ ਕੰਪੈਰੀਜ਼ਨ ਟੈਸਟ। ਕੰਪੈਰੀਜ਼ਨ ਟੈਸਟ ਬੇਸਿਕਲੀ ਦੋ ਤਰ੍ਹਾਂ ਦੇ ਆ ਜਿਹੜੇ ਆਪਾਂ ਇਸ ਟੌਪਿਕ ਦੇ ਵਿੱਚ ਪੜ੍ਹਨੇ ਆ। ਫਸਟ ਹੈਗਾ ਵਾ ਡਾਇਰੈਕਟ ਕੰਪੈਰੀਜ਼ਨ ਟੈਸਟ, ਜਿਹਦੇ ਵਿੱਚ ਆ ਪਹਿਲੀਆਂ ਦੋ ਆਈਡੈਂਟੀਟੀਜ਼ ਲਾਵਾਂਗੇ ਆਪਾਂ ਜਿਹੜੀਆਂ ਇੱਥੇ ਲਿਖੀਆਂ ਵਾ, ਅਤੇ ਨੈਕਸਟ ਹੈਗਾ ਬੇਟਾ ਇਸ ਤੋਂ ਬਾਅਦ ਕੰਪੈਰੀਜ਼ਨ ਟੈਸਟ ਯੂਜ਼ਿੰਗ ਦ ਮੈਥਡ ਆਫ ਲਿਮਿਟਸ। ਮੇਨਲੀ ਆਪਾਂ 90% ਕੁਐਸਚਨਸ ਦੇ ਵਿੱਚ ਸੈਕਿੰਡ ਮੈਥਡ ਯੂਜ਼ ਕਰਨਾ ਵਾ ਕੰਪੈਰੀਜ਼ਨ ਟੈਸਟ ਲਾਉਣ ਦਾ, ਜਿਹੜਾ ਇਹ ਤੋਂ ਨੈਕਸਟ ਪੜ੍ਹਾਂਗੇ ਆਪਾਂ। ਪਰ ਕੁਛ ਕੁ ਕੁਐਸਚਨਸ ਇੱਦਾਂ ਦੇ ਹੈਗੇ ਜਿੱਥੇ ਆਪਾਂ ਨੂੰ ਇਹ ਡਾਇਰੈਕਟ ਕੰਪੈਰੀਜ਼ਨ ਟੈਸਟ ਵੀ ਵਰਤਣਾ ਪੈ ਸਕਦਾ ਵਾ। ਓਕੇ, ਹੁਣ ਇਸ ਡਾਇਰੈਕਟ ਕੰਪੈਰੀਜ਼ਨ ਟੈਸਟ ਦੇ ਅਕੋਰਡਿੰਗ ਆਪਾਂ ਕਿਸੇ ਵੀ ਇੰਟੀਗਰਲ ਨੂੰ ਕਨਵਰਜ ਕਦੋਂ ਕਵਾਂਗੇ। ਠੀਕ ਆ, ਆ ਫਸਟ ਪੁਆਇੰਟ ਤੁਸੀਂ ਦੇਖੋ ਸਾਰੇ ਧਿਆਨ ਨਾਲ। ਫਸਟ ਪੁਆਇੰਟ ਦੇ ਵਿੱਚ ਲਿਖਿਆ ਵਾ ਕਿ ਸਪੋਜ਼ ਕਰੋ ਕਿ ਮੇਰੇ ਕੋਲ ਦੋ ਫੰਕਸ਼ਨਸ ਹੈਗੇ ਆ f(x) ਅਤੇ φ(x). ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵਾਂ ਕਿ f(x) ਆਪਾਂ ਨੂੰ ਗਿਵਨ ਆ ਅਤੇ φ(x) ਆਪਾਂ ਸਿਲੈਕਟ ਕਰਨਾ ਵਾ। ਹੁਣ ਇਸ ਕੰਪੈਰੀਜ਼ਨ ਟੈਸਟ ਦੇ ਅਕੋਰਡਿੰਗ ਕਿ ਜੇ ਮੇਰੇ ਕੋਲ ਦੋ ਫੰਕਸ਼ਨ ਹੈਗੇ ਆ f(x) ਅਤੇ φ(x), ਅਤੇ f(x) ਹਮੇਸ਼ਾ φ(x) ਨਾਲੋਂ ਛੋਟਾ ਵਾ। ਭਾਵੇਂ ਮੈਂ x ਦੀ ਵੈਲਿਊ 0 ਭਰਾਂ, ਭਾਵੇਂ 1 ਭਰਾਂ, ਭਾਵੇਂ 2 ਭਰਾਂ, ਭਾਵੇਂ 3 ਭਰਾਂ, ਭਾਵੇਂ 4 ਭਰਾਂ, ਆ ਪ੍ਰੋਪਰਟੀ ਹਮੇਸ਼ਾ ਹੋਲਡ ਕਰਦੀ ਹੈ ਕਿ f(x) ਹਮੇਸ਼ਾ φ(x) ਤੋਂ ਛੋਟਾ ਹੀ ਰਹਿਣਾ ਵਾ। ਇਸ ਕੇਸ ਦੇ ਵਿੱਚ ਤੁਸੀਂ ਯਾਦ ਰੱਖਣਾ ਵਾ ਕਿ ਜੇ ਤਾਂ ਆਹ ਵਾਲਾ ਇੰਟੀਗਰਲ ਕਨਵਰਜ ਕਰਦਾ ਵਾ ਇਨਫਿਨਿਟੀ 'ਤੇ a to ∞ φ(x) dx, ਜੇ ਤਾਂ ਇਹ ਵਾਲਾ ਇੰਟੀਗਰਲ ਕਨਵਰਜ ਕਰਦਾ ਵਾ ਅਤੇ ਫਿਰ ਆ ਦੂਸਰਾ ਇੰਟੀਗਰਲ ਜਿਹੜਾ ਆਪਣਾ ਕੁਐਸਚਨ ਆ ਇਹ ਵੀ ਕਨਵਰਜ ਪੱਕਾ ਕਰੂਗਾ, ਹੁਣ ਇਹਨੂੰ ਕਿੱਦਾਂ ਕਨਵਰਜੈਂਟ ਸ਼ੋਅ ਕਰਨਾ ਵਾ φ(x) ਨੂੰ, ਇਹ ਮੈਂ ਤੁਹਾਨੂੰ ਫਰਦਰ ਅੱਗੇ ਜਾ ਕੇ ਦੱਸਾਂਗਾ ਚੰਗਾ, ਕਿ ਇਹਨੂੰ ਆਪਾਂ ਕਨਵਰਜੈਂਟ ਪ੍ਰੂਵ ਕਿੱਦਾਂ ਕਰਨਾ, ਇਹ ਮੈਂ ਤੁਹਾਨੂੰ ਅੱਗੇ ਸਮਝਾਵਾਂਗਾ। ਠੀਕ ਆ, ਤੁਸੀਂ ਸਿਰਫ ਹਾਲੇ ਰਿਜ਼ਲਟ ਯਾਦ ਰੱਖਣਾ ਕਿ ਜੇ ਮੇਰੇ ਕੋਲ ਦੋ ਫੰਕਸ਼ਨ ਹੈਗੇ ਆ f(x) ਅਤੇ φ(x), ਅਤੇ ਮੈਂ ਜੇ ਕਿਸੇ ਤਰੀਕੇ ਨਾਲ ਸ਼ੋਅ ਕਰ ਸਕਾਂ ਕਿ ਆਹ ਵਾਲਾ ਇੰਟੀਗਰਲ ਕਨਵਰਜ ਕਰਦਾ ਵਾ, ਅਤੇ ਫਿਰ ਜਿਹੜਾ ਕੁਐਸਚਨ ਮੈਨੂੰ ਗਿਵਨ ਹੈਗਾ ਵਾ ਉੱਥੇ ਮੈਂ ਡਾਇਰੈਕਟ ਆਹ ਪ੍ਰੋਪਰਟੀ ਯੂਜ਼ ਕਰਕੇ ਕਹਿ ਸਕਦਾ ਕਿ ਮੇਰਾ ਜਿਹੜਾ ਕੁਐਸਚਨ ਹੈਗਾ ਵਾ ਉਹ ਕੀ ਹੈ, ਉਹ ਕਨਵਰਜੈਂਟ ਆ। ਇਸੇ ਤਰ੍ਹਾਂ ਸੈਕਿੰਡ ਪ੍ਰੋਪਰਟੀ ਦੇ ਅਕੋਰਡਿੰਗ ਜੇ f(x) ਗ੍ਰੇਟਰ ਦੈਨ φ(x) ਹੈਗਾ ਵਾ, ਚਾਹੇ ਮੈਂ x ਨੂੰ 1 ਪੁੱਟ ਕਰਾਂ, x ਨੂੰ 2 ਪੁੱਟ ਕਰਾਂ, 3 ਪੁੱਟ ਕਰਾਂ, 4 ਪੁੱਟ ਕਰਾਂ, x ਨੂੰ ਜੋ ਮਰਜ਼ੀ ਪੁੱਟ ਕਰੀ ਜਾਵਾਂ, ਆਹ ਪ੍ਰੋਪਰਟੀ ਹਮੇਸ਼ਾ ਟਰੂ ਹੈਗੀ ਆ। ਅਤੇ ਫਿਰ ਉਸ ਕੇਸ ਦੇ ਵਿੱਚ ਤੁਸੀਂ ਯਾਦ ਰੱਖਣਾ ਵਾ ਕਿ ਜੇ ਆਹ ਵਾਲਾ ਇੰਟੀਗਰਲ ਕਿਤੇ ਡਿਵਰਜ ਕਰ ਜੇ, ਅਤੇ ਫਿਰ f(x) ਨੇ ਵੀ ਡਿਵਰਜ ਹੀ ਕਰਨਾ ਵਾ। ਦੋਨਾਂ ਪ੍ਰੋਪਰਟੀਜ਼ ਦੇ ਵਿੱਚ ਜਿਹੜਾ ਫਰਕ ਹੈਗਾ ਉਹਨੂੰ ਬੇਟਾ ਧਿਆਨ ਨਾਲ ਸਮਝੋ। ਠੀਕ ਆ, ਓਕੇ। ਯਾਦ ਕਿੱਦਾਂ ਰੱਖਣਾ, ਤੁਸੀਂ ਯਾਦ ਇੱਦਾਂ ਰੱਖਣਾ ਵਾ ਕਿ ਜੇ ਮੇਰੇ ਕੋਲ ਇੱਕ ਫੰਕਸ਼ਨ 'ਤੇ f(x) ਗਿਵਨ ਆ, φ(x) ਮੈਂ ਸਿਲੈਕਟ ਕਰ ਲਿਆ, ਜੇ ਹੁਣ φ(x) ਵੱਡਾ ਵਾ ਇੱਥੇ, ਜੇ ਵੱਡਾ ਫੰਕਸ਼ਨ ਕਨਵਰਜ ਕਰਦਾ ਵਾ, ਅਤੇ ਛੋਟੇ ਨੇ ਕਨਵਰਜ ਕਰਨਾ ਹੀ ਕਰਨਾ। ਛੋਟਾ ਕੌਣ ਆ? f(x).
इस तरह फरदर तुसीं याद रखना कि जे मेरे को दो फंक्शन है एफ एक्स तो फाई एक्स, तो जे किते छोटा फंक्शन फाई ऑफ एक्स, हुण फाई ऑफ एक्स छोटा हो गया ना क्योंकि एफ ऑफ एक्स लैस दैन फाई ऑफ एक्स आ। जे छोटा फंक्शन डिवर्ज करे, जे छोटा फंक्शन डिवर्ज करे तो फिर वड्डे ने डिवर्ज करना ही करना। वड्डा कौन है इस केस के विच? इस केस च वड्डा हैगा वा एफ ऑफ एक्स। ये प्रॉपर्टी तुसीं 2-3 बार लगातार पढ़ो, इनू समझो, इनू आपां क्वेश्चनस किद्दां यूज़ करना मैं तुहानूं अगे दसदा। ओके, नैक्सट बेटा जिद्दां मैं तुहानूं कह के हटिया कि 90% क्वेश्चनस दे विच आपां कंपैरिजन टैसट आ वाला लाउणा वा विद द हैल्प ऑफ लिमिट्स। कि लिमिट्स का तरीका वरत के आपां कंपैरिजन टैसट यूज़ करना वा। ठीक है, हुण ये लिमिट्स का तरीका किद्दां यूज़ करना आपां कंपैरिजन टैसट नूं सॉल्व करन वास्ते, इंप्रॉपर इंटीग्रल नूं सॉल्व करके दस्सण वास्ते कि वो कन्वर्ज करदा कि डिवर्ज करदा वा, उहदे वास्ते आपां किद्दां लवांगे ये वाली प्रॉपर्टियां। तो ये वाला कंपैरिजन टैसट नूं आपां आइडेंटिफाई किद्दां करांगे कि मेरा इंटीग्रल कन्वर्ज करूगा डिवर्ज करूगा, ओके, कि इन्हां दोनों विचों कुछ भी नहीं करूगा। हुण जिद्दां तुहानूं लास्ट मैं कहा ही कि एफ ऑफ एक्स फंक्शन मैनूं गिवन आ, फाई ऑफ एक्स मैं चुनना वा। ओके, हुण आपां इस एक्सरसाइज दे विच सॉल्व करांगे सिर्फ इंप्रॉपर इंटीग्रल ऑफ फस्ट काइंड। मैं तुहानूं पहलां भी कहा कि इंप्रॉपर इंटीग्रल ऑफ फस्ट काइंड किहनूं कहंदे आ? इंप्रॉपर इंटीग्रल ऑफ फस्ट काइंड वो हुंदा वा जिहदे विच लोअर लिमिट जां अपर लिमिट ते जां दोवें लिमिटां, जां ते अपर लिमिट जां लोअर लिमिट जां ते दोवें लिमिटां की होण? इनफिनाइट होण। जे किते इदां दी कंडीशन अराइज करे इंटीग्रल दे विच ते उहनूं कहीदा वा इंप्रॉपर इंटीग्रल ऑफ फस्ट काइंड। ये आपां पढ़ चुके हैं। हुण जिहड़ी आ फस्ट एक्सरसाइज आपां पढ़नी है 4B। ठीक है, आ 4B एक्सरसाइज दे विच आपां नूं तकरीबन क्वेश्चन गिवन होणगे जिहड़े इंप्रॉपर इंटीग्रल ऑफ फस्ट काइंड होणगे। ओके, हुण जिहड़े इंप्रॉपर इंटीग्रल ऑफ फस्ट काइंड आ इन्हां दे विच ज़्यादातर पॉइंट ऑफ इनफिनाइट डिसकंटीन्यूटी इहो हुंदी है। ठीक है, दोबारा सुनो मैं किहड़ा वर्ड यूज़ किया? मैं वर्ड यूज़ किया वा पॉइंट ऑफ इनफाइनाइट डिसकंटीन्यूटी। आ वर्ड याद रखना तुसीं चंगा। हुण इस वर्ड का बेटा मतलब की आ? पॉइंट ऑफ इनफिनाइट डिसकंटीन्यूटी हुंदी की आ? पॉइंट ऑफ इनफिनाइट डिसकंटीन्यूटी वो वाला पॉइंट हुंदा वा, पॉइंट का मतलब वो वाली एक्स की वैल्यू हुंदी आ जिहड़ी पुट कीतियां मेरा जिहड़ा फंक्शन आ एफ एक्स जिहड़ा मैनूं गिवन हैगा वा वो की बन जे? वो इनफिनिटी बन जे। दोबारा सुन लो, पॉइंट ऑफ इनफिनाइट डिसकंटीन्यूटी किहनूं कहंदे आ? पॉइंट ऑफ इनफिनाइट डिसकंटीन्यूटी वो वाला पॉइंट हैगा वा, वो वाली एक्स की वैल्यू हैगी आ जिहड़ी पुट कीतियां। क्लीयर बेटा? पॉइंट ऑफ इनफिनाइट डिसकंटीन्यूटी वो वाला पॉइंट है जिहड़ी पुट जिहड़ा पॉइंट जिहड़ी एक्स की वैल्यू पुट कीते मेरा फंक्शन की बन जे? इनफिनाइट बन जे। क्लीयर? हुण जिहड़े ते हुंदे आ इंप्रॉपर इंटीग्रल ऑफ फस्ट काइंड उहदे विच मोस्ट ऑफ द केसिस पॉइंट ऑफ इनफिनाइट डिसकंटीन्यूटी कौन हुंदा वा? इहो जिहड़े एंड पॉइंट्स मैं लिखे ही या तो इनफिनिटी हुंदा वा या माइनस इनफिनिटी हुंदा वा। कई क्वेश्चनस दे विच आपां नूं चैक करना पैंदा वा कि जिहड़ा फाइनाइट नंबर विच लाई करदा होवे वो भी हो सकदा वा। किद्दां चैक करना वा तुहानूं अगे दस्सांगा चंगा। पहिलां आपां समझ लईए कि जिहड़ा हैगा कंपैरिजन टैसट आपां नूं कहंदा की है। हुण इस कंपैरिजन टैसट के अकॉर्डिंग आपां को जिहड़े हुण दो फंक्शन प्रेजेंट हैगे आ एफ ऑफ एक्स ते फाई ऑफ एक्स। एफ ऑफ एक्स आपां नूं गिवन ही, फाई ऑफ एक्स आपां मन्निया अपने कोलों। ਜਿਹੜੇ ਤੇ ਆਪਾਂ ਨੂੰ ਆ ਦੋ ਫੰਕਸ਼ਨ ਗਿਵਨ ਹੈਗੇ ਆ ਆਪਾਂ ਕੀ ਕਰਨਾ ਇਹਨਾਂ ਦੀ ਲਿਮਿਟ ਫਾਈਂਡ ਕਰਨੀ ਹੈ ਜਿੱਦਾਂ ਆ ਫਾਈਂਡ ਕੀਤੀ ਹੈ। ਹੁਣ ਜਦੋਂ ਆਪਾਂ ਇਹਦੀ ਲਿਮਿਟ ਫਾਈਂਡ ਕਰਾਂਗੇ ਉੱਥੇ ਆਪਾਂ ਨੂੰ ਯੂਜ਼ ਕਰਨਾ ਪੈ ਸਕਦਾ ਵਾ ਇਨਫਿਨਿਟੀ ਓਵਰ ਇਨਫਿਨਿਟੀ ਫਾਰਮ ਬਣ ਸਕਦਾ ਵਾ, 0 ਓਵਰ 0 ਫਾਰਮ ਬਣ ਸਕਦਾ ਵਾ। ਇਸ ਕਰਕੇ ਇਹਨਾਂ ਕੁਐਸਚਨਾਂ ਦੇ ਵਿੱਚ ਆਪਾਂ ਨੂੰ ਯੂਜ਼ ਕਰਨਾ ਪੈ ਸਕਦਾ ਵਾ ਐਲ ਹੌਸਪੀਟਲ ਮੈਥਡ। ਓਕੇ, ਹੁਣ ਜਦੋਂ ਆਪਾਂ ਇੱਥੇ ਐਲ ਹੌਸਪੀਟਲ ਮੈਥਡ ਯੂਜ਼ ਕਰਾਂਗੇ ਓਕੇ हो सकता कि अपना आंसर फाइनाइट आ जाए, हो सकता कि अपना आंसर 0 आ जाए, तो हो सकता कि अपना आंसर इनफिनाइट आ जाए। ओके, हुण फस्ट प्रॉपर्टी आपां नूं कहंदी आ कि जे ते आपां नूं सॉल्व करके कोई आंसर आ जांदा वा जिहड़ा कि होवे फाइनाइट होवे ते नाल कि होवे नॉन जीरो। जीरो भी एक फाइनाइट नंबर है पर मैनूं किदां दा आंसर चाहिदा वा? आपां नूं चाहिदा वा एक नॉन जीरो फाइनाइट नंबर। जे तो इनू सॉल्व करके आंसर आ जाए नॉन जीरो फाइनाइट नंबर तो तुसीं रिजल्ट याद रखना वा कि दोवें इंटीग्रल जां तो इकट्ठे कन्वर्ज करनगे जां इकट्ठे डिवर्ज करनगे। इहदा की मतलब आ
कि जे तो एक इंटीग्रल कन्वर्जेंट हैगा वा तो दूजा भी कन्वर्जेंट पक्का होगा। ठीक है, इस तरह जे इन्हां विचों एक इंटीग्रल डिवर्जेंट हैगा वा तो दूजे ने भी डिवर्जेंट होना ही होना वा। ओके, हुण मेरा क्वेश्चन हैगा वा इंटीग्रल ए टू इनफिनिटी एफ ऑफ एक्स। इहदा मतलब मैं तो डिस्कस करना वा कि वो कन्वर्जेंट है कि डिवर्जेंट है। ओके, हुण एफ ऑफ एक्स जिहड़ा मेरा क्वेश्चन हैगा वा उहदी कन्वर्जेंस डिवर्जेंस डिस्कस करने वास्ते मैं इनू यूज़ करदा पिया वां, क्योंकि जिहड़ा फाई ऑफ एक्स मैं चुनांगा ना मैनू पता होगा कि वो कन्वर्जेंट है कि डिवर्जेंट है। इनू चुनना किद्दां वा तो मैनू पता किद्दां लगूगा कन्वर्जेंट डिवर्जेंट, तो आप अगे बढ़ना चंगा। हाले सिर्फ तुसीं प्रॉपर्टी याद रखो चंगा। इस तरह सपोज करो कि इन्हों सॉल्व करके मेरा आंसर आ जाता वा 0, लिमिट नू सॉल्व करके मेरा आंसर आ जाता वा 0। उस केस दे विच तुसीं रिजल्ट याद रखना कि जे इंटीग्रल फाई ऑफ एक्स कन्वर्ज करता वा तो इंटीग्रल एफ ऑफ एक्स भी की करूँगा, कन्वर्ज करूँगा। इफ़ इंटीग्रल एफ ऑफ एक्स डी एक्स फाई ऑफ एक्स डी एक्स कन्वर्जिस दैन इंटीग्रल एफ ऑफ एक्स डी एक्स ऑल्सो कन्वर्जिस। ये रिजल्ट तुसीं याद रखना। ओके, थर्ड हैगा वा कि जे किते इन्हों सॉल्व करके आंसर आ जाए अपने को इनफिनिटी, फिर कंपैरिजन टेस्ट मैनू कहता वा कि जे फाई ऑफ एक्स डिवर्ज करता वा तो एफ ऑफ एक्स नू डिवर्ज करना ही पऊगा, पक्का डिवर्ज करूँगा। ओके, हुण आपां एक्सरसाइज दे विच आह वाली प्रॉपर्टीज़ यूज़ करनियां वा, ये वाली प्रॉपर्टीज़ यूज़ करके आपां क्वेश्चनस नू सॉल्व करना वा। 90% क्वेश्चन आपां करांगे इहदे नाल, कई क्वेश्चन हैगे जिथे आपां नू पिछले रिजल्ट की लोड़ पै जाए चंगा। ओके, हुण क्वेश्चनस किदां सॉल्व करने आ मैं तुहानूं समझाउंदा वां। ओके, हाँ जी बेटा, क्वेश्चन सॉल्व करन तो पहला हुण आपां नूं आ रिजल्ट याद रखना पैना वा, जिहदे नाल आपां बहुत सारे क्वेश्चनस नूं सॉल्व करांगे। तकरीबन सारे क्वेश्चन दे विच आह वाली प्रॉपर्टी ते आह वाला रिजल्ट यूज़ होना वा। रिजल्ट है की आ, ये रिजल्ट कहता कि सपोज करो कि मैनू कोई इदां दा इंटीग्रल गिवन हैगा वा, मैनू कोई इदां दा इंटीग्रल गिवन हैगा वा। ओके, जे इहो जे इंटीग्रल दे विच पी दी वैल्यू होवे ग्रेटर दैन 1, जे पी दी वैल्यू होवे ग्रेटर दैन 1 तो मैं डायरैक्टली कह सकदा वां कि ए वाला इंटीग्रल की करदा वा, कन्वर्ज करदा वा। तो जे किते इहदे विच पी दी वैल्यू होवे लैस दैन जां इक्वल टू 1 तो मैं डायरैक्टली कह सकदा कि ए वाला इंटीग्रल की करदा वा, डिवर्ज करदा वा। फॉर एग्जाम्पल, ठीक है, अब देखो मेरे को आह वाला इंटीग्रल सपोज करो गिवन हैगा वा। हुण इस इंटीग्रल नूं मैनू सॉल्व करन दी कोई लोड़ नहीं हैगी। मैं इस इंटीग्रल नूं सॉल्व तो आपां फस्ट एक्सरसाइज च कीता ही इनू, ठीक है, जो उदां सॉल्व करके तुसीं वेखना चाहुंदे तुसीं उदां वेख सकदे जी। पर मैं कहण दिया वां कि जे मैनू आह वाली प्रॉपर्टी आउंदी आ तो फिर सॉल्व करन दी लोड़ मैनू नहीं हैगी। मैं डायरैक्टली ये कंपैरिजन टेस्ट यूज़ करके ये कह सकदा वां कि ये इंटीग्रल कन्वर्ज करूँगा कि डिवर्ज करूँगा। ओके, किवें? हुण इन्हां दोवां नूं कंपेयर करो, जो इन्हां दोवां नूं मैं कंपेयर करा तो ए की जगह पर की आ गया, ए की जगह पर आ गया 1। लोअर लिमिट कौन है? ए, तो थल्ले लोअर लिमिट कितनी है? 1। ए की जगह पर 1 आ गया। तो जे आप पी वाल वेखीए, पी की जगह पर की आउंदा पिया वा, पी की जगह पर भी 1 आउंदा पिया वा। ओके, मैं आ इंटीग्रल लिखिया ही तुहाडे सामने 1 टू इनफिनिटी 1/x dx। हुण जे तो तुसीं इत्थे ध्यान नाल वेखो तो पी की जगह पर की आउंदा पिया वा, पी की जगह पर 1 ही आउंदा पिया वा। ठीक है, इहदे नाल कंपेयर करिए तो पी की जगह पर की आउंदा पिया वा 1। हुण इत्थे आपां लिखिया वा कि जे पी की वैल्यू 1 के बराबर होवे तो इंटीग्रल की करूँगा? इंटीग्रल करूँगा डिवर्ज। ਇਹਦਾ मतलब कि इस इंटीग्रल ਨੂੰ सॉल्व किए बिना ये प्रॉपर्टी ला के मैं कह सकदा कि ये की कर सकदा वा, ये डिवर्ज करूँगा। ओके, ये प्रॉपर्टी आप क्यों पढ़न रहे हैं? ये प्रॉपर्टी आप इस करके पढ़न रहे कि आप अपने कोलों फाई एक्स चुनिया करने हैं क्वेश्चनस ਨੂੰ सॉल्व करने वास्ते। तो मेरे को हुण इन्ना टाइम नहीं हैगा कि मैं चैक करा कि फाई एक्स कन्वर्ज करदा कि डिवर्ज करदा, उन्होंने फस्ट एक्सरसाइज के नाल सॉल्व करके, फस्ट एक्सरसाइज के तरीके दे नाल सॉल्व करके। इस करके मैं की करना, मैं सिर्फ आ वाला रिजल्ट यूज़ करना वा। रिजल्ट यूज़ करके मैं वेखना वा कि मेरा इंटीग्रल कन्वर्ज करता वा कि डिवर्ज करता वा। तो जे मेरा इंटीग्रल कन्वर्ज करता वा या डिवर्ज करता वा, मैं कंपैरिजन टेस्ट यूज़ करने आ। तो कंपैरिजन टेस्ट तो जिहड़ा रिजल्ट निकलता वा वो लगा के मैं कह देना कि मेरा इंटीग्रल जिहड़ा गिवन हैगा वा वो कन्वर्जेंट है कि डिवर्जेंट है। ओके,
ਸਪੋਜ਼ ਕਰੋ ਕਿ ਇਸੇ ਕੁਐਸਚਨ ਦੇ ਵਿੱਚ ਆ 1 ਦੀ ਜਗ੍ਹਾ ਤੇ 2 ਹੁੰਦਾ, ਆ ਜਿਹੜਾ 1 ਲਿਖਿਆ ਨਾ 1 ਦੀ ਜਗ੍ਹਾ ਤੇ 2 ਲਿਖਿਆ ਹੁੰਦਾ। ਮੈਂ ਦੁਬਾਰਾ ਲਿਖ ਦਿੰਦਾ ਵਾਂ। ਸਪੋਜ਼ ਕਰੋ ਕਿ ਮੈਨੂੰ ਇੱਦਾਂ ਦਾ ਕੁਐਸਚਨ ਗਿਵਨ ਹੁੰਦਾ 3 ਤੋਂ ਲੈ ਕੇ ਇਨਫਿਨਿਟੀ 1/x ਦੀ ਪਾਵਰ 3/2। ਸਪੋਜ਼ ਕਰੋ 3/2 ਲਿਖਤਾ ਆਪਾਂ। ਹੁਣ ਜੇ ਤੇ ਤੁਸੀਂ ਕੰਪੇਅਰ ਕਰੋਗੇ ਪੀ ਦੀ ਜਗ੍ਹਾ ਤੇ ਕੀ ਆਉਣ ਡਿਆ ਵਾ, ਪੀ ਦੀ ਜਗ੍ਹਾ ਤੇ ਆਉਣ ਡਿਆ ਵਾ 3/2। 3/2 ਕਿੱਦਾਂ ਦਾ ਨੰਬਰ ਆ? 3/2 ਹੈਗਾ 1 ਤੋਂ ਵੱਡਾ ਨੰਬਰ। 3/2 ਕਿੱਦਾਂ ਦਾ ਨੰਬਰ ਆ? 3/2 ਹੈਗਾ 1 ਤੋਂ ਵੱਡਾ ਨੰਬਰ। ਇਹਦਾ ਮਤਲਬ ਕਿ ਮੇਰਾ ਇੰਟੀਗਰਲ ਜਿਹੜਾ ਲਿਖਿਆ ਵਾ ਤੁਹਾਡੇ ਸਾਹਮਣੇ, ਇਹ ਕੀ ਕਰਦਾ ਵਾ? ਇਹ ਕਰਦਾ ਵਾ ਕਨਵਰਜ। ਓਕੇ, ਇੱਦਾਂ ਆਪਾਂ ਡਿਸਕਸ ਕਰਿਆ ਕਰਨਾ ਵਾ। ਹੁਣ ਇੱਥੇ ਇਸ ਪ੍ਰੋਪਰਟੀ ਨੂੰ ਪ੍ਰੂਫ ਵੀ ਕੀਤਾ ਵਾ। ਆਪਾਂ ਇਹਨੂੰ ਸਮਝ ਲਈਏ ਪਹਿਲਾਂ ਕਿ ਪ੍ਰੂਫ ਕਿੱਦਾਂ ਕੀਤਾ ਇਹਨਾਂ ਨੇ। ਓਕੇ, ਇਸ ਪ੍ਰੋਪਰਟੀ ਨੂੰ ਇੰਪੋਰਟੈਂਟ ਹੈ ਪ੍ਰੋਪਰਟੀ ਹੈ। ਓਕੇ, ਪ੍ਰੂਫ ਕਿੱਦਾਂ ਕੀਤਾ ਇਹਨੂੰ। ਹੁਣ ਆਪਾਂ ਨੂੰ ਆਹ ਵਾਲਾ ਇੰਟੀਗਰਲ ਗਿਵਨ ਹੈਗਾ ਵਾ, ਮੈਂ ਚੈੱਕ ਕਰਨਾ ਕਿ ਕਨਵਰਜ ਕਦੋਂ ਕਰਦਾ ਅਤੇ ਡਿਵਰਜ ਕਦੋਂ ਕਰਦਾ ਵਾ। ਹੁਣ ਇਹਨੂੰ ਸੋਲਵ ਕਰਨ ਵਾਸਤੇ ਮੈਂ ਫਸਟ ਐਕਸਰਸਾਈਜ਼ ਵਾਲਾ ਮੈਥਡ ਯੂਜ਼ ਕਰ ਲਿਆ। ਉਹ ਮੈਥਡ ਕੀ ਆਂਦਾ ਆਪਾਂ ਨੂੰ, ਉਹਦੇ ਅਕੋਰਡਿੰਗ ਆਪਾਂ ਜਿੱਥੇ ਇਨਫਿਨਿਟੀ ਹੈਗਾ ਉੱਥੇ ਡੀ ਲਿਖਤਾ ਅਤੇ ਆਪਾਂ ਲਿਖਤਾ ਲਿਮਿਟ ਟੀ ਅਪਰੋਚਿਸ ਟੂ ਇਨਫਿਨਿਟੀ। ਇੰਟੀਗਰਲ ਬਣ ਗਿਆ a to t 1/x ਦੀ ਪਾਵਰ p dx। ਓਕੇ, ਹੁਣ x ਦੀ ਪਾਵਰ p ਨੂੰ ਮੈਂ ਸੋਲਵ ਕਰਨਾ ਚਾਹੁੰਦਾ ਵਾਂ, ਇਹਨੂੰ ਸੋਲਵ ਕਰਨਾ ਚਾਹੁੰਦਾ ਵਾਂ। ਠੀਕ ਹੈ, ਮੇਰਾ ਕੰਮ ਹੈਗਾ ਇਹਨੂੰ ਸੋਲਵ ਕਰਨਾ। ਇਹਨੂੰ ਸੋਲਵ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਵਾ ਮੇਰੇ ਕੋਲ ਡਿਨੋਮੀਨੇਟਰ ਦੇ ਵਿੱਚ x ਦੀ ਪਾਵਰ p, ਉਹ ਉੱਤੇ ਆ ਗਿਆ। ਉੱਤੇ ਆ ਕੇ ਕੀ ਬਣ ਗਿਆ? x ਦੀ ਪਾਵਰ -p। 1/x ਦੀ ਪਾਵਰ p ਨੂੰ ਜਦੋਂ ਮੈਂ ਨਿਊਮਰੇਟਰ 'ਚ ਲੈ ਕੇ ਜਾਊਂਗਾ ਤਾਂ ਕੀ ਬਣ ਗਿਆ? x ਦੀ ਪਾਵਰ -p। ਇਹਨੂੰ ਸੋਲਵ ਕਰ ਲਿਆ। ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ, ਇੰਟੀਗਰੇਟ ਕਰਾਂਗੇ, ਅਤੇ ਇੰਟੀਗਰੇਟ ਕੀਤਾ ਤੁਹਾਨੂੰ ਪਤਾ ਹੀ ਹੈ ਪਾਵਰ ਕੀ ਹੋ ਜਾਂਦੀ? ਪਾਵਰ ਹੋ ਜਾਂਦੀ +1। ਥੱਲੇ ਵੀ ਉਹ ਚੀਜ਼ ਆਉਣੀ ਹੈ। ਠੀਕ ਆ, ਉਹ ਇਹਨਾਂ ਨੇ ਇੱਥੇ ਲਿਖੀ, ਚੰਗਾ ਧਿਆਨ ਨਾਲ ਵੇਖੋ। ਉਸ ਤੋਂ ਬਾਅਦ ਇੱਥੇ ਲਿਮਿਟਸ ਪੁੱਟ ਕਰਤੀ, ਅੱਪਰ ਲਿਮਿਟ t ਅਤੇ ਲੋਅਰ ਲਿਮਿਟ a। ਓਕੇ, ਲੱਗੀ ਸਮਝ। ਹੁਣ ਆਪਾਂ ਚੈੱਕ ਕਰਨਾ ਕਿ p ਦੀ ਕਿਹੜੀ ਵੈਲਿਊ ਵਾਸਤੇ ਇਹ ਕਨਵਰਜ ਕਰਦਾ ਵਾ ਅਤੇ p ਦੀ ਕਿਹੜੀ ਵੈਲਿਊ ਵਾਸਤੇ ਇਹ ਡਿਵਰਜ ਕਰਦਾ ਵਾ। ਇਸ ਕਰਕੇ ਸਭ ਤੋਂ ਪਹਿਲਾਂ ਆਪਾਂ p ਦੀ ਜਗ੍ਹਾ 'ਤੇ 1 ਪੁੱਟ ਕੀਤਾ। ਜਦੋਂ ਆਪਾਂ p ਦੀ ਜਗ੍ਹਾ 'ਤੇ 1 ਪੁੱਟ ਕੀਤਾ, ਠੀਕ ਆ, ਅਤੇ ਆਪਣੇ ਕੋਲ ਆਹ ਚੀਜ਼ ਬਣ ਗਈ। ਇਹਦੇ ਵਿੱਚ ਆਪਾਂ p ਦੀ ਜਗ੍ਹਾ 'ਤੇ ਪੁੱਟ ਕੀਤਾ 1। ਆ ਜਾਓ ਮੈਮ। ਓਕੇ, ਕਲੀਅਰ ਬੇਟਾ ਸਾਰਿਆਂ ਨੂੰ। ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਕੇ ਲਿਮਿਟ ਪੁੱਟ ਕੀਤੀ ਅਤੇ ਆਪਣੇ ਕੋਲ ਆਨਸਰ ਆ ਗਿਆ ਇਨਫਿਨਿਟੀ। ਠੀਕ ਆ, ਆਪਣੇ ਕੋਲ ਆਨਸਰ ਆ ਗਿਆ ਇਨਫਿਨਿਟੀ। ਓਕੇ, ਆਹ ਚੀਜ਼ ਕਿੱਥੋਂ ਆਈ? ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ ਵੇਖੋ ਧਿਆਨ ਨਾਲ। ਜੇ ਆਪਾਂ p ਦੀ ਥਾਂ 'ਤੇ 1 ਪੁੱਟ ਕਰੀਏ ਤਾਂ ਇਹ ਕੀ ਬਣ ਗਿਆ? a ਤੋਂ ਲੈ ਕੇ t 1/x dx। 1/x ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ? 1/x ਦੀ ਇੰਟੀਗ੍ਰੇਸ਼ਨ ਹੁੰਦੀ ਹੈ log of x। ਠੀਕ, ਲਿਮਿਟਸ ਪੁੱਟ ਕਰਤੀ, log t -log a ਬਣ ਗਿਆ। ਓਕੇ, ਅਤੇ ਆਪਾਂ ਨੂੰ ਪਤਾ ਕਿ log t -log a ਹੁੰਦਾ ਕੀ ਆ? log t -log a ਹੁੰਦਾ log t/a। ਉਹ ਚੀਜ਼ ਇੱਥੇ ਲਿਖੀ, ਚੰਗਾ, ਕੋਈ ਨਵੀਂ ਚੀਜ਼ ਨਹੀਂ ਆ, ਉਹ ਚੀਜ਼ ਲਿਖੀ, ਚੰਗਾ ਇੱਥੇ। ਕਲੀਅਰ। ਹੁਣ ਜਦੋਂ ਆਪਾਂ t ਦੀ ਥਾਂ 'ਤੇ ਇਨਫਿਨਿਟੀ ਪੁੱਟ ਕਰੀਏ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ log ਇਨਫਿਨਿਟੀ ਕਿੰਨਾ ਹੁੰਦਾ? log ਇਨਫਿਨਿਟੀ ਹੁੰਦਾ ਵਾ ਇਨਫਿਨਿਟੀ ਦੇ ਬਰਾਬਰ। ਓਕੇ, ਇਹਦਾ ਮਤਲਬ ਕਿ ਇਹਨੂੰ ਸੋਲਵ ਕਰਕੇ p = 1 'ਤੇ ਆਨਸਰ ਆ ਗਿਆ ਇਨਫਿਨਿਟੀ। ਇਹਦਾ ਮਤਲਬ ਕਿ ਮੇਰਾ ਇੰਟੀਗਰਲ ਕੀ ਕਰਦਾ ਵਾ? ਡਿਵਰਜ ਕਰਦਾ ਵਾ। ਓਕੇ, ਇਸੇ ਤਰ੍ਹਾਂ ਜੇ p ਦੀ ਵੈਲਿਊ ਹੋਵੇ <1, ਜੇ p ਦੀ ਵੈਲਿਊ ਹੋਵੇ <1, ਕਲੀਅਰ। ਫਿਰ ਆਪਾਂ ਇਹਨੂੰ ਸੋਲਵ ਕੀਤਾ। ਠੀਕ, ਹੁਣ ਵੇਖੋ ਧਿਆਨ ਨਾਲ, ਜੇ p ਦੀ ਵੈਲਿਊ <1 ਹੋਵੇ ਅਤੇ 1 - p ਕੀ ਹੋ ਗਿਆ? ਇਹਦੇ ਤੋਂ ਡਰਾਈਵ ਕੀਤਾ ਆਪਾਂ। 1 - p ਹੋ ਗਿਆ <0। ਜੇ p ਦੀ ਵੈਲਿਊ <1 ਹੋਵੇ ਤਾਂ 1 - p ਕੀ ਹੋਊਗਾ? 1 - p ਹੋਊਗਾ <0। ਠੀਕ, ਕਲੀਅਰ। ਹੁਣ ਲਿਮਿਟਸ ਵੱਲ ਤੁਸੀਂ ਧਿਆਨ ਨਾਲ ਦੇਖੋ। ਇੱਥੇ 1 - p ਹੈਗਾ ਵਾ <0 ਦਾ ਮਤਲਬ ਹੁੰਦਾ ਨੈਗੇਟਿਵ ਨੰਬਰ। ਹੁਣ ਆਪਾਂ ਇੱਥੇ t ਦੀ ਜਗ੍ਹਾ 'ਤੇ ਕੀ ਪੁੱਟ ਕਰਨਾ ਵਾ? t ਦੀ ਜਗ੍ਹਾ 'ਤੇ ਆਪਾਂ ਇਨਫਿਨਿਟੀ ਪੁੱਟ ਕਰਨਾ ਵਾ। ਅਤੇ ਜੇ ਮੈਂ ਤੁਹਾਨੂੰ ਪੁੱਛਾਂ ਕਿ ਇਨਫਿਨਿਟੀ ਦੀ ਪਾਵਰ ਨੈਗੇਟਿਵ ਨੰਬਰ ਕੀ ਹੁੰਦਾ ਵਾ? ਇਨਫਿਨਿਟੀ ਦੀ ਪਾਵਰ ਨੈਗੇਟਿਵ ਨੰਬਰ ਹੁੰਦਾ ਵਾ 0। ਚੇਤੇ ਰੱਖਣਾ ਸਾਰਿਆਂ ਨੇ। ਅਤੇ ਜੇ ਕਿਤੇ ਇਨਫਿਨਿਟੀ ਦੀ ਪਾਵਰ ਪੋਜ਼ੀਟਿਵ ਨੰਬਰ ਹੋਵੇ ਤਾਂ ਇਨਫਿਨਿਟੀ ਦੀ ਪਾਵਰ ਪੋਜ਼ੀਟਿਵ ਨੰਬਰ ਕੀ ਹੁੰਦਾ ਵਾ?
ਇਨਫਿਨਿਟੀ ਦੀ ਪਾਵਰ ਪੋਜ਼ਿਟਿਵ ਨੰਬਰ ਹੁੰਦਾ ਵਾ ਇਨਫਿਨਿਟੀ। ਓਕੇ, ਲੱਗੀ ਸਮਝ ਸਾਰਿਆਂ ਨੂੰ? ਓਕੇ, ठीक। आ बेटा इत्थे वेखो हुण ध्यान नाल दोबारा एक बार, पी हैगा वा लैस दैन 1। जे पी हैगा लैस दैन 1, पी नूं आपां परले पासे खड़िया, जो पी नूं परले पासे लैके गए तो इत्थे की रह गया, इत्थे रह गया 0। मैं इत्थे लिख के दिखाउंदा तुहानूं, जे पी होवे लैस दैन 1 तो आपां पी नूं परले पासे लै गए तो अपने को आ चीज़ बन गई। ओके, इनू आप होर किद्दां लिख सकते हैं, 1 माइनस पी, आ देखो ग्रेटर दैन 0। ਇਹਦਾ मतलब 1 माइनस पी कितना का नंबर है, 1 माइनस पी पॉजिटिव नंबर है। पिछे मैं गलत कहता तुहानूं, 1 माइनस पी है पॉजिटिव नंबर। हुण वेखो ध्यान नाल, टी की थां ते आपां की पुट करना, टी की थां ते आपां इनफिनिटी पुट करना वा। जो आपां टी की थां ते इनफिनिटी पुट किया तो इनफिनिटी की पावर की होगी, इनफिनिटी की पावर होगी पॉजिटिव नंबर। तो मैं हुणे तुहानूं कह के हटिया कि इनफिनिटी की पावर पॉजिटिव नंबर की होंदा, इनफिनिटी। इसे करके इनू सॉल्व करके आंसर कितना आ गया, इनू सॉल्व करके आंसर आ गया इनफिनिटी। ठीक, नैक्सट बेटा आपां इनू सॉल्व किया हुण, ठीक, इनू सॉल्व किया। ठीक, हुण जो आप इनू सॉल्व करन डे हाँ, हुण इत्थे वेखो पी किदां दा नंबर है, पी हैगा ग्रेटर दैन 1। जे पी ग्रेटर दैन 1 हैगा वा तो पी माइनस 1 किदां दा नंबर होया, पी माइनस 1 हो गया ग्रेटर दैन 0। पी माइनस 1 किवें दा नंबर हो गया, पी माइनस 1 हो गया ग्रेटर दैन 0। ओके, क्लीयर बेटा सारिਆਂ ਨੂੰ? ਹੁਣ टी की जगह पर आप पुट करना वा इनफिनिटी। इनफिनिटी की पावर पॉजिटिव नंबर, इनफिनिटी की पावर पॉजिटिव नंबर कितना हो गया, इनफिनिटी। ये मतलब डिनोमिनेटर की बन गया इनफिनिटी। तो आपको पता कि 1 ओवर इनफिनिटी कितना होंदा, 1 ओवर इनफिनिटी होंदा 0। ये मतलब यदि थां ते की बन गया 0, यदि थां ते एज इट इज रह गया क्योंकि ये कॉन्स्टेंट नंबर हैगा वा। सॉल्व करके आंसर आ गया फाइनाइट। ठीक, तो जे सॉल्व करके आंसर फाइनाइट आउंदा वा तो आपको पता कि इंटीग्रल की करता हुंदा वा, इंटीग्रल करता हुंदा वा कन्वर्ज। तो जे सॉल्व करके आंसर इनफिनिटी आवे तो फिर की करता हुंदा वा डिवर्ज। इस करके रिजल्ट ड्राइव हो गया कि जे पी की वैल्यू ग्रेटर दैन 1 है तो डिवर्जेंट आंसर है, लैस दैन 1 है तां भी सॉरी ग्रेटर दैन 1 है तो कन्वर्जेंट आंसर है, लैस दैन 1 है तो आंसर डिवर्जेंट होगा, तो जे इक्वल टू 1 है तां भी आंसर की होगा डिवर्जेंट। क्लीयर बेटा? ओके, नैक्सट बेटा आप क्वेश्चंस करते हैं हुण। ओके, सपोज करो आ वाला क्वेश्चन है अपने को जो लिखा मैं स्टार्टिंग मैं चैक करना कि ये वाला जो क्वेश्चन है वा कन्वर्जेंट है कि डिवर्जेंट है। जे तो ये वाला क्वेश्चन फस्ट एक्सरसाइज के तरीके नाल सॉल्व होंदा वा तो मैंशन नहीं है, ठीक है, मैंशन नहीं है अपने को कि इंटीग्रल आप चैक करना वा कन्वर्जेंट है कि डिवर्जेंट है। फिर की करना वेखो ध्यान नाल, हुण मैनू आ वाला क्वेश्चन किवें हैगा वा, मैं सब तो पहले अपने कोलों सिलैक्ट करना वा फाई ऑफ एक्स। कंपैरिजन टैसट ना क्वेश्चन को सॉल्व किवें करना, एफ ऑफ एक्स मैनू गिवन है क्वेश्चन, फाई ऑफ एक्स मैं अपने कोलों चुन लिया। हुण फाई ऑफ एक्स चुनने का तरीका की है, फाई ऑफ एक्स चुनने का तरीका यह है कि मैं सब तो पहले की करना कि न्यूमरेटर के विच वेखना कि न्यूमरेटर के विच एक्स की वड्डी तो वड्डी पावर किहड़ी है। न्यूमरेटर के विच एक्स की वड्डी तो वड्डी पावर हैगी है 1, ठीक है, वो लिखती है इत्थे न्यूमरेटर च एक्स की पावर वड्डी तो वड्डी हैगी अपने को 1, इस करके न्यूमरेटर च आ गया कल्ला एक्स। जे आप डिनोमिनेटर वाल ध्यान नाल वेखीए तो डिनोमिनेटर के विच एक्स की पावर वड्डी तो वड्डी कितनी है, डिनोमिनेटर च एक्स की पावर वड्डी तो वड्डी हैगी है 3। इस करके इनू सिंपलीफाई करके मेरे को आंसर आ गया 1 ओवर एक्स स्क्वेयर। दोबारा सुन लो, एफ ऑफ एक्स मैनू गिवन है, फाई ऑफ एक्स मैं चुनना वा। फाई ऑफ एक्स नूं चुनने का तरीका की हैगा वा कि मैं न्यूमरेटर के विचों ते डिनोमिनेटर के विचों एक्स की वड्डी तो वड्डी पावर लिखनी है। जिहड़ी वड्डी तो वड्डी पावर होई, कॉन्स्टेंट नहीं लिखना 1 वगैरह, ठीक है, 1 2 वो नहीं लिखना, सिर्फ एक्स लिखना। वो लिखने तो बाद मैं कटिंग करनी है, कटिंग करके जो आंसर आ जाए वो मेरा फाई ऑफ एक्स है। सारे क्वेश्चनों च जरूरी नहीं कि यहो तरीका लगे, तरीका सिर्फ उत्थे लगना जिथे क्वेश्चन दे विच कल्ला एक्स है। जे क्वेश्चन दे विच टैन आउंदा, साइन आउंदा, फिर अपना दिमाग लाउणा पैंदा चंगा।
ਜਿਹੜਾ ਤਰੀਕਾ ਤੁਹਾਨੂੰ ਦੱਸਿਆ ਹਮੇਸ਼ਾ ਸਕਸੈਸਫੁਲ ਨਹੀਂ ਹੈਗਾ। ਇਹ ਤਰੀਕਾ ਸਿਰਫ ਉਦੋਂ ਸਕਸੈਸਫੁਲ ਆ ਜਦੋਂ ਕੁਐਸਚਨ ਦੇ ਵਿੱਚ ਸਿਰਫ x ਆਉਂਦਾ ਵਾ। ਜੇ ਕੁਐਸਚਨ 'ਚ tan ਆ ਗਿਆ, log ਆ ਗਿਆ, ਫਿਰ ਇਹ ਤਰੀਕਾ ਹੋ ਸਕਦਾ ਲੱਗ ਜੇ, ਹੋ ਸਕਦਾ ਨਾ ਵੀ ਲੱਗੇ। ਚੰਗਾ, ਹੁਣ ਆਹ ਕੁਐਸਚਨ ਨੂੰ ਪਹਿਲਾਂ ਸਮਝੋ। f of x ਮੈਨੂੰ ਗਿਵਨ ਹੀ, ਫਾਈ of x ਮੈਂ ਆਪਣੇ ਕੋਲੋਂ ਮੰਨ ਲਿਆ, ਲਿਮਿਟ ਲੱਭ ਲਈ। ਠੀਕ ਹੈ, ਇਨਫਿਨਿਟੀ 'ਤੇ। ਇਨਫਿਨਿਟੀ 'ਤੇ ਲਿਮਿਟ ਕਿਉਂ ਲੱਭੀ ਆ, ਸਾਈਡ 'ਤੇ ਲਿਖਿਆ ਵਾ since x equal to infinity is the only point of infinite discontinuity। ਠੀਕ ਆ, ਕਿਉਂਕਿ ਇਸ ਕੁਐਸਚਨ ਦੇ ਵਿੱਚ ਸਟਾਰਟਿੰਗ ਤੋਂ ਦੇਖੋ, ਇਹ ਹੈਗਾ ਵਾ ਇੰਪਰੋਪਰ ਇੰਟੀਗਰਲ ਆਫ ਫਸਟ ਕਾਈਂਡ। ਇਹਦੇ ਵਿੱਚ ਲਿਮਿਟਸ ਹੈਗੀਆਂ ਵਾ 1 ਤੋਂ ਲੈ ਕੇ ਇਨਫਿਨਿਟੀ। f of x ਮੇਰਾ ਆ ਵਾ। ਹੁਣ ਜੇ f of x ਦੀ ਥਾਂ 'ਤੇ ਮੈਂ ਇਨਫਿਨਿਟੀ ਪੁੱਟ ਕਰਾਂ, ਇਨਫਿਨਿਟੀ ਇਹਦੀ ਅਪਰ ਲਿਮਿਟ ਹੈ ਨਾ, ਜੇ ਇਹਦੀ ਥਾਂ 'ਤੇ ਮੈਂ ਇਨਫਿਨਿਟੀ ਪੁੱਟ ਕਰਾਂ f of x ਦੇ ਵਿੱਚ, ਤੇ ਇਨਫਿਨਿਟੀ ਬਣਨੀ ਆ। ਇਨਫਿਨਿਟੀ ਬਣਨ ਦੇ ਚਾਂਸ ਹੈਗੇ ਆ, ਇਨਫਿਨਿਟੀ ਔਰ ਇਨਫਿਨਿਟੀ ਫਾਰਮ ਬਣ ਜਾਂਦਾ ਵਾ। ਠੀਕ ਹੈ, ਇਸ ਕਰਕੇ ਮੈਂ ਲਿਖਤਾ ਕਿ x ਈਕੁਅਲ ਟੂ ਇਨਫਿਨਿਟੀ ਐਸ ਕੁਐਸਚਨ ਦੇ ਵਿੱਚ ਹੈਗੀ ਆ ਪੁਆਇੰਟ ਆਫ ਇਨਫਿਨਿਟ ਡਿਸਕੰਟੀਨਿਊਟੀ। ਠੀਕ ਹੈ, ਜਿੱਦਾਂ ਸਪੋਜ਼ ਕਰੋ ਕਿ ਜੇ ਮੇਰੇ ਕੋਲ ਆਹ ਕੁਐਸਚਨ ਹੁੰਦਾ 0 to 1, ਠੀਕ ਆ, 1/x dx। ਹੁਣ ਜੇ ਮੈਂ x ਦੀ ਥਾਂ 'ਤੇ 0 ਪੁੱਟ ਕਰਾਂ, ਲੋਅਰ ਲਿਮਿਟ 0 ਹੈ ਨਾ, ਜੇ ਮੈਂ x ਦੀ ਥਾਂ 'ਤੇ 0 ਪੁੱਟ ਕਰਾਂ ਤਾਂ 1/0 ਕਿੰਨਾ ਹੋ ਗਿਆ, ਇਨਫਿਨਿਟੀ। ਜਿਹੜਾ ਨੰਬਰ ਪੁੱਟ ਕੀਤਾ ਇਨਫਿਨਿਟੀ ਆਨਸਰ ਆਵੇ, ਉਹਨੂੰ ਕਹੀਦਾ ਵਾ ਪੁਆਇੰਟ ਆਫ ਇਨਫਿਨਿਟ ਡਿਸਕੰਟੀਨਿਊਟੀ। ਲੱਗੀ ਸਮਝ? ਹੁਣ ਇਸ ਕੁਐਸਚਨ ਦੇ ਵਿੱਚ ਹੋਰ ਕੋਈ ਪੁਆਇੰਟ ਇੱਦਾਂ ਦਾ ਨਹੀਂ ਹੈਗਾ, ਹੋਰ ਕੋਈ x ਦੀ ਵੈਲਿਊ ਇੱਦਾਂ ਦੀ ਨਹੀਂ ਹੈਗੀ ਜਿਹੜੀ ਪੁੱਟ ਕੀਤੇ ਆਨਸਰ ਇਨਫਿਨਿਟੀ ਆਵੇ। ਸਿਰਫ ਇੱਕੋ ਹੀ ਵੈਲਿਊ ਹੈਗੀ ਆ, ਉਹ ਹੈਗੀ ਇਨਫਿਨਿਟੀ। ਠੀਕ ਆ, ਜਿਹੜੀ ਪੁੱਟ ਕੀਤਿਆਂ ਆਨਸਰ ਅਨਡਿਫਾਈਨਡ ਬਣ ਸਕਦਾ ਵਾ। ਇਸ ਕਰਕੇ ਇੱਥੇ ਸਾਈਡ 'ਤੇ ਲਿਖਤਾ ਕਿ x ਈਕੁਅਲ ਟੂ ਇਨਫਿਨਿਟੀ ਕੀ ਆ, ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਹੈਗੀ ਹੈ ਇਸ ਕੁਐਸਚਨ ਵਾਸਤੇ। ਜਿਹੜੀ ਪੁਆਇੰਟ ਆਫ ਇਨਫਿਨਾਈਟ ਡਿਸਕੰਟੀਨਿਊਟੀ ਹੋਵੇ ਉਹ ਇੱਥੇ ਲਾਉਣੀ ਹੈ। ਚੰਗਾ, ਆਪਾਂ ਉਹ ਲਾ ਕੇ ਆਪਾਂ ਇੱਥੇ ਲਿਮਿਟ ਲੱਭੀ ਕਿ f of x ਓਵਰ ਫਾਈ of x ਦਾ ਆਨਸਰ ਕਿੰਨਾ ਹੁੰਦਾ। ਉਹਨੂੰ ਸੋਲਵ ਕਰ ਲਿਆ, ਸਿੰਪਲੀਫਾਈ ਕਰ ਲਿਆ। ਸਿੰਪਲੀਫਾਈ ਕਰਕੇ ਮੇਰੇ ਕੋਲ ਆਨਸਰ ਆ ਗਿਆ 1। ਹੁਣ 1 ਕਿੱਦਾਂ ਦਾ ਨੰਬਰ ਹੈ? 1 ਹੈਗਾ ਇੱਕ ਫਾਈਨਾਈਟ ਨੰਬਰ। ਅਤੇ ਆਪਾਂ ਕੰਪੈਰੀਜ਼ਨ ਟੈਸਟ ਦੇ ਵਿੱਚ ਪੜ੍ਹਿਆ ਵਾ ਕਿ ਜੇ ਇਹਨੂੰ ਸੋਲਵ ਕਰਕੇ ਆਨਸਰ ਫਾਈਨਾਈਟ ਆ ਜੇ, ਜੇ ਇਹਨੂੰ ਸੋਲਵ ਕਰਕੇ ਆਨਸਰ ਫਾਈਨਾਈਟ ਆ ਜੇ, ਅਤੇ ਫਿਰ ਆ ਦੋਨੇ ਇੰਟੀਗਰਲ ਕੀ ਕਰਦੇ ਆ, ਜਾਂ ਤਾਂ ਦੋਵੇਂ ਇਕੱਠੇ ਕਨਵਰਜ ਕਰਨਗੇ ਜਾਂ ਦੋਵੇਂ ਇਕੱਠੇ ਡਿਵਰਜ ਕਰਨਗੇ। ਠੀਕ, ਹੁਣ ਆਹ ਵਾਲਾ ਜਿਹੜਾ ਕੁਐਸਚਨ ਹੈਗਾ ਵਾ, ਠੀਕ, ਇਹਦੇ ਵਿੱਚ ਫਾਈ ਆਫ ਐਕਸ ਮੈਂ ਆਪਣੇ ਕੋਲੋਂ ਚੁਣਿਆ ਵਾ। ਕਿੰਨਾ ਵਾ ਫਾਈ ਆਫ ਐਕਸ? ਫਾਈ ਆਫ ਐਕਸ ਮੈਂ ਚੁਣਿਆ ਵਾ 1/x², ਲਿਖਤਾ ਇੱਥੇ। ਹੁਣ ਜਿਹੜਾ ਪੀ ਟੈਸਟ ਆਪਾਂ ਪਿੱਛੇ ਪੜ੍ਹ ਕੇ ਹਟੇ, ਜਿਹੜੀ ਹੁਣੇ ਪ੍ਰੋਪਰਟੀ ਪੜ੍ਹੀ ਹੈ ਤੋਂ ਬੈਕ ਪਿੱਛੇ, ਉਹਦੇ ਅਕੋਰਡਿੰਗ ਕੀ ਸੀ? ਉਹਦੇ ਅਕੋਰਡਿੰਗ ਆਪਾਂ ਪੜ੍ਹਿਆ ਸੀ ਕਿ ਜੇ ਪੀ ਦੀ ਵੈਲਿਊ ਹੋਵੇ ਗ੍ਰੇਟਰ ਦੈਨ 1 ਅਤੇ ਮੇਰਾ ਆਨਸਰ ਕੀ ਹੁੰਦਾ ਵਾ? ਮੇਰਾ ਆਨਸਰ ਹੁੰਦਾ ਵਾ ਕਨਵਰਜੈਂਟ। ਅਤੇ ਜੇ ਪੀ ਦੀ ਵੈਲਿਊ ਹੋਵੇ ਲੈਸ ਦੈਨ ਇਕੁਅਲ ਟੂ 1, ਫਿਰ ਮੇਰਾ ਆਨਸਰ ਕੀ ਹੁੰਦਾ? ਫਿਰ ਮੇਰਾ ਆਨਸਰ ਹੁੰਦਾ ਡਿਵਰਜੈਂਟ। ਇੱਥੇ ਪੀ ਦੀ ਵੈਲਿਊ ਕਿੰਨੀ? ਜੇ ਤੁਸੀਂ ਧਿਆਨ ਨਾਲ ਵੇਖੋ, ਇੱਥੇ ਪੀ ਦੀ ਵੈਲਿਊ ਹੈਗੀ 2। ਇਹਦਾ ਮਤਲਬ ਕਿ ਮੇਰਾ ਕੁਐਸਚਨ ਜਿਹੜਾ ਫਾਈ ਆਫ ਐਕਸ ਆ, ਇਹ ਕੀ ਕਰਦਾ ਵਾ? ਇਹ ਕਨਵਰਜ ਕਰਦਾ ਵਾ। ਇਸ ਕਰਕੇ ਮੈਂ ਲਿਖਣਾ ਕਿ ਮੇਰਾ ਜਿਹੜਾ ਆਹ ਵਾਲਾ ਇੰਟੀਗਰਲ ਫਾਈ ਆਫ ਐਕਸ ਹੈ, ਇਹ ਕਨਵਰਜੈਂਟ ਹੈਗਾ ਵਾ। ਅਤੇ ਕੰਪੈਰੀਜ਼ਨ ਟੈਸਟ ਜਿਹੜਾ ਆਪਾਂ ਪੜ੍ਹਿਆ ਵਾ, ਉਹਦੇ ਅਕੋਰਡਿੰਗ ਫਿਰ ਆਹ ਜਿਹੜਾ ਮੇਰਾ ਗਿਵਨ ਕੁਐਸਚਨ ਹੈਗਾ ਵਾ, ਇਹ ਵੀ ਕੀ ਕਰੂਗਾ? ਇਹ ਵੀ ਕਨਵਰਜ ਕਰੂਗਾ। ਠੀਕ, ਇਹ ਬੇਟਾ ਸਿਰਫ ਇੱਕ ਸਟਾਰਟਿੰਗ ਹੈਗੀ। ਚੰਗਾ, ਕਿ ਕੁਐਸਚਨਸ ਨੂੰ ਸੋਲਵ ਕਿਵੇਂ ਕਰਨਾ। ਚੰਗਾ, ਹੋਰ ਵੀ ਕੁਐਸਚਨਸ ਹੈਗੇ ਆ ਜੇ ਇਹਦੇ ਵਿੱਚ, ਜਿਹੜੇ ਆਪਾਂ ਹੁਣ ਨੈਕਸਟ ਲੈਕਚਰ 'ਚ ਸੋਲਵ ਕਰਕੇ ਵੇਖਾਂਗੇ। ਤੁਸੀਂ ਹੁਣ ਜਿਹੜੀ ਆ 4th B ਐਕਸਰਸਾਈਜ਼ ਹੈਗੀ ਆ, ਉਹਦੇ ਸਟਾਰਟਿੰਗ ਦੇ ਵਿੱਚ ਇੱਦਾਂ ਦੇ ਕੁਐਸਚਨਸ ਹੈਗੇ ਆ। ਐਗਜ਼ਾਮਪਲ ਦੇ ਵਿੱਚ ਵੀ ਇੱਦਾਂ ਦੇ ਕੁਐਸਚਨ ਪ੍ਰੈਜ਼ੈਂਟ ਹੈਗੇ ਆ। ਠੀਕ ਹੈ, ਤੁਸੀਂ ਉਹਨਾਂ ਸਾਰਿਆਂ ਨੂੰ ਧਿਆਨ ਨਾਲ ਪੜ੍ਹਿਓ, ਅਤੇ ਧਿਆਨ ਨਾਲ ਪੜ੍ਹਨ ਤੋਂ ਬਾਅਦ ਫਿਰ ਐਕਸਰਸਾਈਜ਼ ਦੇ ਕੁਐਸਚਨ ਸੋਲਵ ਕਰਿਓ। ਓਕੇ, ਜੇ ਉਹ ਤਰੀਕਾ ਲਾਓਗੇ ਸੋਲਵ ਹੋ ਜਾਣਗੇ ਸਾਰੇ। ਤੁਸੀਂ ਪਿੱਛੇ ਆਨਸਰ ਚੈੱਕ ਕਰ ਲੈਣੇ ਆ। ਜੇ ਇਨ ਕੇਸ ਆਨਸਰ ਸਹੀ ਨਹੀਂ ਆਉਂਦੇ, ਮੈਨੂੰ ਦੱਸਣਾ ਤੁਸੀਂ। ਓਕੇ, ਹੁਣ ਜਿਹੜੇ ਬਾਕੀ ਦੇ ਰਹਿੰਦੇ ਕੁਐਸਚਨ ਹੈਗੇ, ਉਹ ਆਪਾਂ ਨੈਕਸਟ ਲੈਕਚਰ 'ਚ ਸੋਲਵ ਕਰਾਂਗੇ। ਠੀਕ ਆ, ਧਿਆਨ ਨਾਲ ਸਮਝ ਲਿਓ ਬੇਟਾ, ਇੰਪੋਰਟੈਂਟ ਟੋਪਿਕ ਹੈਗਾ ਇਹ। ਠੀਕ ਆ, ਸਿਰਫ ਸਮਝਣ ਦੀ ਲੋੜ ਆ, ਕੋਈ ਬਹੁਤਾ ਡਿਫੀਕਲਟ ਨਹੀਂ ਹੈਗਾ। ਚੰਗਾ, ਓਕੇ, ਥੈਂਕ ਯੂ।